ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ ਹੈ, ਕਰਦਾ ਕੁਝ ਹੋਰ ਪਿਆ ਹੁੰਦਾ ਹੈ। ਵਿਚਾਰ ਤੇ ਅੰਦਰ ਕੁਝ ਹੋਰ ਚੱਲਦੇ ਪਏ ਆਉਂਦੇ ਨੇ, ਇੱਕ ਕਿਰਦਾਰ ਕੁਝ ਹੋਰ ਪ੍ਰਗਟ ਕਰ ਰਿਹਾ ਹੁੰਦਾ ਹੈ। ਅੰਦਰ ਚਿੰਤਨ ਯਾਦਾਂ ਤੇ ਕੁਝ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ 'ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਝ ਹੈ। ਮਨੁੱਖ ਜੋ ਕੁਝ ਕਰਦਾ ਰਹਿੰਦਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ, ਮਨੁੱਖ ਉਹੀ ਕੁਝ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਹੈ, ਧਰਮ ਕਹਿੰਦਾ ਹੈ, ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ ਨੇ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਝ ਹੈ। ਜਿਸ ਨੂੰ ਬਾਰ-ਬਾਰ ਸੋਚਦਾ ਹੈ, ਜਿਸ ਦੇ ਬਾਰ-ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ ਹੈ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ: ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ। ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ ਨੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ। ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਝ ਹੈ। ਮਨੁੱਖ ਉਹੀ ਕੁਝ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ। ਗੁਰਦੁਆਰੇ 'ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ 'ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਦੇ 'ਚ ਬੈਠ ਕੇ, ਮੰਦਿਰ ਦੇ 'ਚ ਬੈਠ ਕੇ, ਮਸਜਿਦ ਦੇ 'ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਛ ਨਹੀਂ ਪਤਾ। ਸਿਰਫ ਪਰਮਾਤਮਾ ਨੂੰ ਪਤਾ ਹੈ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ। ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨਹੀਂ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰਯਾਮੀ। ਭਾਈ ਗੁਰਦਾਸ ਇੱਕ ਪੰਕਤੀ ਦੇ ਵਿੱਚ ਕਹਿੰਦੇ ਨੇ, ਅੰਤਰ ਜਾਮੇ ਸੁਨ ਕੰਪਤ ਹੂੰ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਣਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ। ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ, ਅਸੀਂ ਕੀ ਸੋਚਦੇ ਰਹਿੰਦੇ ਹਾਂ। ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ। ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ, ਮਨੋਵਿਗਿਆਨਕ। ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆ ਦੇ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ।
ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋਣ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ ਹੋਣ। ਮਨੋ ਚਿੰਤਕ ਤੇ ਕਹਿੰਦੇ ਨੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ। ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ ਹੈ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ। ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। तो मन दे तल ते मनुख बिल्कुल सुतंत्र है, आजाद है। हाँ, मन ते निगाह परमात्मा दी, क्योंकि वो व्यापक है तो उदा वेखना भी व्यापक है, वो व्यापक है, उदा सुनना भी व्यापक है। पेखत सुनत सदा है संगे, मैं मूर्ख जानिया दूरी रे। हर वक्त कोई मनुख किसी नूं नहीं देख सकता। कोई बच्चे हर वक्त मां बाप की निगाह थले नहीं आते, भरा की निगाह थले हर वक्त भरा नहीं आता, पति की निगाह के थले हर वक्त पत्नी नहीं आती, और पत्नी की निगाह के थले हर वक्त पति नहीं आता। पर सारे संसार के जीव परमात्मा की निगाह के थले ने और हर वक्त ने, हर वक्त ने सब कुछ उसकी निगाह के थले। पेखत सुनत सदा है संगे, मैं मूर्ख जानिया दूरी रे। सब तो वड्डी सियाणप है, अकलमंदी है, नेड़े करके जानदा है। परमात्मा नेड़े है, देख रहे है, मैनू सुन रहे है। ये सब तो वड्डी अकलमंदी है, ये सब तो वड्डी दानशमंदी है, और ये सब तो वड्डी मूर्खता है कि रब किथे देखदा पिया। कानून दी ते पहुंच है कोई नहीं, समाज ते देखदा नहीं पिया ते रब नूं मनदा नहीं, वो किथे देखदा है। जो कुछ करना है कर। महाराज कहते हैं प्रभ सब किछ जाने जिन तू किया। तू जो सोचदा रहिंदा है सब कुछ प्रभु नूं पता। नहीं पता होवेगा कानून नूं तू बच गया होवेगा, नहीं पता समाज नूं तेरी इज्जत मान मर्यादा बनी हुई है, लेकिन प्रभु नूं ते पता पता। परमात्मा दे बेशुमार गुणां दे चों एक गुण है कि वो वेख के अणडिठ करदा है। दोखन देखत हैं पर देत ना हार। वो अपना हथ नहीं रोकदा भी इतना बुरा सोचदा रहिंदा, इहदे अंदर इतने बुरे विचार चलते रहिंदे ने, इतने बुरे ख्यालों का ये मालक, इहदी इतनी बुरी सोचनी, लेकिन फिर भी परमात्मा अपने हथ नहीं रोकदा। दोखन देखत हैं, देखदा पिया, पड़ोसी वेखदा भी नहीं ते ढंडोरा पिटदा, फलाना तो इंज है इंज है। देखिया भी कख नहीं, ढंडोरा पिटी जा रहा है। अज तक संसार का भ्रमण करदे आया एक अंदाजे नाल मैं कह सकदा सैकड़े मनुख मैनू ऐसे मिले होणगे जिन्हां ने कहा ज्ञानी जी थानू फलाने बारे पता है, बड़ा अनर्थ कीता है उसने। मैं कहा तू देखिया? कहंदा देखिया ते नहीं सुनिया। सुनिया सुनिया। करीबन 99% मैनू वो मिले ने, जद मैं पूछया तू देखिया? कहंदा नहीं सुने। फिर किसी होर ने भी ये गल कही तो भी तू देखिया? नहीं, कहंदा सुने। सिर्फ सुने, देखिया भी नहीं, ढंडोरा पिट रहा है। परमात्मा देखदे होया भी खामोश खामोश।
दोखन देखत हैं पर देत ना हारे। इस वास्ते असी अरदास दे विच ये शब्द ऐड कर दिते, जिन्ना वेख के अणडिठ कीता। महान ने वेख के अणडिठ करना, ये परमात्मा वाला सुभाव है, ईश्वर वाला सुभाव है। वेख के अणडिठ कर सकता है कोई स्नेह दे च, कोई प्रेम दे च, उंज नहीं कर सकता। गलतियां ते देखियां ने बच्चे दियां, पर मां पड़दा पांदी है, छुपांदी है, किसी होर नूं ना पता चले। स्नेह स्नेह भुलां ते देखियां ने, कुछ अनर्थ ते देखिया है भिरा दा मित्र दा, पर मित्र छुपांदा है, पड़दा पांदा है। भिरा छुपांदा है, पड़दा पांदा है प्यार। आम हालत विच मनुख वेखदा भी नहीं, ढंडोरा पिटदा है। एक प्यार ही इस वास्ते इसनूं कह दिता गया रब वर्गा ही है। प्यार वेखदा भी है तो खामोश हो जाता है, नज़रअंदाज कर देता है। और एक हकीकत है, मीरा ते साफ कहंदी है, हे प्रभु जे तू मेरे औगण गिणन लग पवें, फिर ते तेरा मिलना कदी हो ही नहीं सकता, हो ही नहीं सकता। प्रभु जो हमरे दोख मत हृदय धारो। हे प्रभु तेरे सुभाव का पता है, तू मेरे दोखा नूं नहीं देखेगा, ना हृदय दे च धारण करेगा। कलगीधर पातशाह ते कहंदे ने, ऐसा सुभाव केवल परमात्मा दा है। दोखन देखत हैं पर देत ना हारे। देखदा है, ये अवस्था मनुख दी बन सकती है जिस दिन सारे संसार नाल प्यार हो जाए, तो सारे संसार नाल प्यार उसे नूं भगती कहंदे ने, प्रेमा भगती। परमात्मा नाल प्यार, सारे संसार नाल प्यार। पूरन प्रेम प्रतीत सजे ब्रत गोड़, मड़ी मठ भूल न मान। पूरन प्रेम जिहदी सारी पूर्णता आ गई, परमात्मा आ गया, इसनूं भगती कहंदे ने। जिस दिन मनुख भगत हो जाता है, उहदी अवस्था की बन जाती है। धन गुरु नानक देव जी महाराज फरमान करते हैं, हम नहीं चंगे बुरा नहीं कोई, प्रणवत नानक तारे सोए। साडा कोई दावा नहीं कि मैं चंगा, मेरा कोई कहना नहीं कि कोई बुरा है, कोई बुरा है। मैं चंगा हाँ, मैं चंगा हाँ, भगत दा यह दावा ही खत्म हो जाता है। कोई बुरा है, कोई बुरा है, ऐसा भगत दा कहना ही खत्म हो जाता है। ये भगत दी पहचान और हकीकत है। परमात्मा की दृष्टि च कोई बुरा भला नहीं है। गन्ने दे च रस पा दिता है परमात्मा ने, अमृत है। संतरे दा रस, अंगूरां दा रस अमृत है। पर इस अमृत नूं मनुख चाहे तो जहर बना सकता है, शराब बना ले। रस ते मिठा सी, अंगूरां दा कौड़ा हो गया। रस ते स्वादिष्ट सी, मिठा सी, संतरे दा कौड़ा हो गया। रस ते मिठा सी, गन्ने दा कौड़ा हो गया। मिठे नूं मनुख कौड़ा कर सकता है, अमृत नूं मनुख जहर बना सकता है। मनुख कोल ये तौफीक है। शराब नूं ही देख लो, मनुख ने मिठे नूं कौड़ा कर दिता है तरका के। ते जे अमृत नूं मनुख जहर बना सकता है, तो मनुख दे कोल एक तौफीक है, जहर नूं भी अमृत बना सकता है। संखिया जहर ही आउंदी है। हकीम वैद
ਇਹਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ। ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ। ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇਹ ਤੇ ਪੀਣ ਦਾ ਢੰਗ ਹੈ। ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਤੇ ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਦੇ 'ਚ ਜੀਵਣਾ ਹੈ ਕਿ ਅੰਮ੍ਰਿਤ ਦੇ 'ਚ ਜੀਵਣਾ ਹੈ। सत्संग इस वास्ते है, और अज तक बड़े बड़े अवतारी पुरुष महज इसलिए आए कि मनुख चुनाव ठीक कर सके, मनुख चोण ठीक कर सके। अक्सर मनुख चुनाव गलत कर लेंदा, जिंदगी सारी गलत हो जाती है। जितने जिंदगी दे तारीकी होवेगी, अज्ञान होवेगा, उतनी ही जिंदगी जहरीली बन जाएगी। फिर तारीक मनुख दा संबंध भी तारीकी नाल हुंदा है, रात नाल हुंदा है। अमृत वेले सुता रह जाएगा, रात की तारीकी नूं उजवल करके जूए खाने च बैठा होवेगा, वैश्याले च बैठा होवेगा। मंदिरां दी रौनक ते खत्म हो गई, जूए खानियां दी रौनक वध गई। मंदिर उसनूं कहंदे ने जिस दा द्वार सवेरे खुलदा है, अमृत वेले खुलदा है। जिथे सवेरे घड़ियाल वजदा है, जिथे सवेरे गुरबाणी की गूंज उठती है, वो तो बेशतर जगह ऊंज ही बंद हो गई। पता है क्यों? अर्थशास्त्र का एक नियम है, मार्केट की चीज बहुत पई है पर ग्राहकी नहीं है, कोई लैण वाला नहीं। ये मार्केट दे च ये चीज़ किन्ने चिर तक पई रहेगी, कोई लैण वाला ही नहीं, कोई ग्राहक ही नहीं है, कीमत भी गिरती जाएगी। यकीन जानो अज धर्म जितना बेकीमत हो गया है, कोई चीज़ इतनी बेकीमत नहीं। ये भी मैं अर्ज करते हैं, हकीकत है, सच्चाई है, जबकि उस तो वड मुल्ला होर कुछ भी नहीं है। वस्तु बहुत पई है, ग्राहकी नहीं है, कीमतां गिर जाणगियां, बिल्कुल ग्राहकी नहीं है। वो वस्तु एक दिन मार्केट तो ओझल हो जाएगी, आउट ऑफ मार्केट हो जाएगी, नहीं रह सकती। चर्च ते उन्हां दे दरवाजे ते बथेरे बंद हो गए ने, कईयां दे ते दीवा बत्ती भी नहीं आउंदी। ये भी मैं अर्ज करते हैं, भारत विच भी बहुते मंदिरां दे सिर कल्ला पुजारी बैठा रहिंदा है। बड़ियां बड़ियां बिल्डिंगां गुरुद्वारियां दी मजाल है, अमृत वेले कोई एक मनुख गुरु नाल जुड़न दी उमंग रखदा होवे, तड़प रखदा होवे। हर चीज दी अपनी रुत है, हर चीज दा अपना समा है। नाम बीजण दा भी समा है, अमृत वेला सच नाम वडियाई विचार, वो ते खो गया। क्लबां दी रौनक वध गई, थिएटरां दी रौनक वध गई, वेश्यालियां दी रौनक वध गई, जुए खानियां दी रौनक वध गई। रब दी नेत अतकी दास दा 3 दिन दा प्रोग्राम रीनो दे सी। मैं पहली दफा गया,
सारा शहर बड़ा पुर रौनक, बड़ी लाइट, एक एक बिल्डिंग बड़ी सजी हुई। रात दे वक्त पहुंचे, संध्या हो गई सी। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ ਕਿਹੜੇ ਚੱਕਰ 'ਚ ਪਏ, ਸਭ ਜੂਏ ਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏ ਖਾਨੇ ਨੇ। ਔਰ ਕਹਿਣ ਲੱਗੇ ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ ਨਾ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ। ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ। ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏ ਖਾਨੇ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਇਹ ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏ ਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ ਹੈ। ਦਰਵਾਜ਼ੇ ਬੰਦ ਪਏ ਨੇ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਨੇ। ਮਨੁੱਖ ਦੀ ਜ਼ਿੰਦਗੀ ਇਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ ਨਹੀਂ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ ਹੈ, ਅੰਮ੍ਰਿਤ ਵੇਲੇ ਦਾ ਜਨਮ ਹੋਇਆ ਹੈ। ਸੰਖ ਨਗਾਰੇ, ਘੜਿਆਲ ਬਾਂਗ, ਪੂਜਾ ਪਾਠ ਦਾ ਜਨਮ ਹੋਇਆ ਹੈ। ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏ ਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੈਸ਼ਾਲੀਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ ਹੈ। ਕਾਰਨ ਬਾਹਰ ਸਿਰਫ ਵੇਖਣਾ ਹੁੰਦਾ ਹੈ ਤੇ ਵੇਖ ਕੇ ਰਸ ਲੈਣਾ ਹੁੰਦਾ ਹੈ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ। ਔਖਾ ਕੰਮ ਹੈ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਬਸੰਤ ਰਾਗ ਦੇ ਵਿੱਚ, ਬੜਾ ਸਾਰਥਿਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ ਕਤ ਜਾਈਏ ਰੇ ਘਰ ਲਾਗੋ ਰੰਗ। ਕਿੱਥੇ ਜਾਵਾਂ ਮੈਂ, ਘਰ ਦੇ 'ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਈ ਹੈ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲਤ ਮਨ ਭਇਓ ਪੰਗ। ਯਾਦਾਂ ਜਦ ਬਾਹਰ ਚਲਨ ਤਾਂ ਮਨ ਭਟਕ ਰਿਹਾ ਹੈ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ ਹੈ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ ਹੈ। ਹਰ ਵਕਤ ਮਨ ਬਾਹਰ ਭਟਕਦਾ ਹੈ। ਤੇ ਬਾਹਰ ਕਿਸ ਤਰ੍ਹਾਂ ਭਟਕਦਾ ਹੈ? ਸਮੇਂ ਦੇ 'ਚ ਭਟਕਦਾ ਹੈ, ਵਕਤ ਦੇ 'ਚ ਭਟਕਦਾ ਹੈ, ਕਾਲ ਦੇ 'ਚ ਭਟਕਦਾ ਹੈ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੈ ਤੇ ਅਕਾਲ ਦਾ ਹਿੱਸਾ, ਭਟਕਦਾ ਅਕਾਲ ਦੇ 'ਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਦੇ 'ਚ ਭਟਕਦਾ ਰਿਹਾ ਤਾਂ ਬਾਰ-ਬਾਰ ਸਰੀਰ ਮਿਲਦਾ ਰਹੇਗਾ। ਇਸੇ ਨੂੰ ਕਹਿੰਦੇ ਨੇ ਆਵਾਗਮਨ, ਬਾਰ-ਬਾਰ ਜੰਮਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ। ਇਹ ਬਾਰ-ਬਾਰ ਵਾਹਨ ਇਸ ਨੂੰ ਮਿਲੇਗਾ। ਜਿਤਨੇ ਚਿਰ ਤੱਕ ਮਨ ਅਚੇਤ ਇਹ ਸਿਲਸਿਲਾ ਚੱਲਦਾ ਰਹੇਗਾ,
ਹੁਣੇ ਕੀਰਤਨ ਦੇ 'ਚ ਇੱਕ ਪੰਕਤੀ ਆਈ ਸੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਰਾਤ ਨੂੰ ਸੌਂ ਜਾਂਦਾ, ਸਵੇਰੇ ਜਾਗ ਪੈਂਦਾ ਹੈ। ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ। ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਰੀਰ ਸਵੇਰੇ ਘਰੋਂ ਨਿਕਲਿਆ, ਸ਼ਾਮ ਨੂੰ ਵਾਪਸ ਆਉਂਦਾ ਹੈ। ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ, ਵਾਪਸ ਜਾਣਾ ਹੀ ਭੁੱਲ ਗਿਆ। ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਕਿੱਥੇ ਤੱਕ ਭਟਕੇਗਾ, ਕਿੱਥੇ ਤੱਕ ਭਟਕੇਗਾ। ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ, ਇਹ ਤੇਰਾ ਘਰ ਹੀ ਨਹੀਂ ਹੈ। ਕਿਧਰੇ ਵੀ ਮਨ ਟਿਕਦਾ ਨਹੀਂ, ਕਿਉਂਕਿ ਮਨ ਦਾ ਉਹ ਘਰ ਹੀ ਨਹੀਂ ਹੈ। ਇਹ ਆਪਣੇ ਘਰ ਹੀ ਟਿਕ ਸਕਦਾ ਹੈ। ਕੋਈ ਪਦਾਰਥ, ਕੋਈ ਰੰਗ ਰੂਪ, ਕੋਈ ਪਸਾਰਾ, ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ। ਮਨ ਦਾ ਘਰ ਪ੍ਰਭੂ ਹੈ। ਕੋਈ ਪਦਾਰਥ ਮਨ ਦਾ ਘਰ ਨਹੀਂ ਹੈ। ਪਦਾਰਥ ਤਨ ਦੀ ਲੋੜ ਹੈ, ਤੇ ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਤੇ ਇਸੇ ਨੂੰ ਲੋਭ ਕਹਿੰਦੇ ਹਨ। ਇਸੇ ਨੂੰ ਲੋਭ ਕਹਿੰਦੇ ਹਨ। ਪਦਾਰਥ ਤੇ ਤਨ ਦੀ ਲੋੜ ਸੀ, ਇਸ ਨੂੰ ਇਸ ਨੇ ਆਪਣੀ ਮਨ ਦੀ ਲੋੜ ਬਣਾ ਲਿਆ। ਬੜੇ ਧਿਆਨ ਨਾਲ ਸੁਣਨਾ। ਔਰ ਮਨ ਦਾ ਉਸਦੇ 'ਚ ਕੋਈ ਰਜੇਵਾਂ ਨਹੀਂ। ਹਾਂ, ਤਨ ਦੀ ਤ੍ਰਿਪਤੀ ਹੋ ਸਕਦੀ ਹੈ। ਭੋਜਨ ਤਨ ਦੀ ਲੋੜ ਹੈ, ਪਰ ਮਨ ਨੇ ਆਪਣੀ ਲੋੜ ਬਣਾ ਰਿਹਾ। ਬਾਰ-ਬਾਰ ਯਾਦ ਆ ਰਿਹਾ, ਇਹ ਖਾ ਲਵਾਂ, ਉਹ ਖਾ ਲਵਾਂ, ਉਹ ਖਾ ਲਵਾਂ। ਇਹ ਤੇ ਤਨ ਦੀ ਲੋੜ ਸੀ। ਭੁੱਖ ਵੀ ਨਹੀਂ ਲੱਗੀ ਤੇ ਮਨ ਯਾਦ ਕਰੀ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਲੋੜਾਂ ਮਨੁੱਖ ਦੀਆਂ ਸੀਮਤ ਨੇ। ਲੋਭ ਦੀ ਕੋਈ ਸੀਮਾ ਨਹੀਂ ਹੈ। ਭੁੱਖ ਦੀ ਸੀਮਾ ਹੈ, ਸਵਾਦ ਦੀ ਕੋਈ ਸੀਮਾ ਨਹੀਂ ਹੈ, ਕੋਈ ਸੀਮਾ ਨਹੀਂ। ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ, ਉਸੇ ਨੂੰ ਵਾਸ਼ਨਾ ਕਹਿੰਦੇ ਨੇ। ਗੁਸਤਾਖੀ ਮਾਫ, ਦੋ ਸ਼ਬਦ ਬਰਦਾਸ਼ਤ ਕਰ ਲੈਣਾ। ਕਾਮ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਵਾਸ਼ਨਾ ਬਣ ਜਾਂਦਾ ਹੈ। ਪਦਾਰਥ ਤਨ ਦੀ ਲੋੜ ਹੈ, ਮਨ ਦੀ ਨਹੀਂ। ਜਦ ਮਨ ਆਪਣੀ ਲੋੜ ਬਣਾ ਲੈਂਦਾ, ਇਸ ਨੂੰ ਲੋਭ ਕਹਿੰਦੇ ਨੇ। ਸ਼ਕਤੀ, ਤਾਕਤ, ਪ੍ਰਭਤਾ, ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ ਨੂੰ। ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ, ਇਹ ਹੰਕਾਰ ਬਣ ਜਾਂਦਾ ਹੈ, ਪ੍ਰਬਲ ਹੰਕਾਰ ਬਣ ਜਾਂਦਾ ਹੈ। ਜੋ ਸਿਰਫ ਤਨ ਦੀ ਲੋੜ ਹੈ, ਮਨ ਨੇ ਆਪਣੀ ਲੋੜ ਬਣਾ ਲਿਆ, ਤੇ ਜਦ ਪ੍ਰਾਪਤ ਹੋ ਜਾਂਦਾ ਮਨ ਦੀ ਤ੍ਰਿਪਤੀ ਨਹੀਂ, ਤ੍ਰਿਪਤੀ ਨਹੀਂ। ਇੱਕ ਨਿਰਧਨ ਤੇ ਨਿਰਧਨ ਹੈ, ਚੋਟੀ ਦਾ ਧਨਵਾਨ ਵੀ ਨਿਰਧਨ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਸ ਚੱਕਰ 'ਚ ਨਾ ਪੈਣਾ। ਬੜੇ ਬੜੇ ਰਾਜੇ ਮਹਾਰਾਜੇ ਜਦ ਭਿਕਸ਼ੂ ਬਣਦੇ ਨੇ, ਜਾਂ ਕਿਸੇ ਭਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ, ਉਦੋਂ ਹੈਰਾਨਗੀ ਆਉਂਦੀ, ਲੈ ਹੈਗੇ ਤੇ ਰਾਜੇ ਮਹਾਰਾਜੇ, ਇਹ ਕਰਦੇ ਕੀ ਪੈਣਾ। ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਦੇ ਨੇ, ਰੋਵੇਂ ਰਾਜੇ ਕੰਨ ਪੜਾਏ, ਘਰ ਘਰ ਮੰਗੇ ਵਿਖਿਆ ਜਾ। ਹੈਗੇ ਤੇ ਸ਼ਹਿਨਸ਼ਾਹ ਸਨ, ਲੇਕਿਨ ਪਤਾ ਚੱਲਿਆ ਤੇ ਤਨ ਦੀ ਲੋੜ ਸੇਵੇਂ ਮਨ ਦੀ ਲੋੜ ਬਣਾਈ। ਪਦਾਰਥ ਤਨ ਦੀ ਲੋੜ ਨੇ, ਜਦ ਮਨ ਦੀ ਲੋੜ ਬਣਾ ਲਈਏ, ਮਨ ਨਹੀਂ ਟਿਕਦਾ। ਕਿਸੇ ਰਾਜ ਸਿੰਘਾਸਣ ਤੇ ਮਨ ਨਹੀਂ ਟਿਕਦਾ, ਤਨ ਨਹੀਂ ਬੈਠਦਾ। ਕਿਸੇ ਪਦਾਰਥ ਦੇ 'ਚ ਮਨ ਨਹੀਂ ਟਿਕਦਾ, ਸਿਰਫ ਤਨ ਨਹੀਂ ਜੁੜਦਾ। ਇਹ ਵੀ ਮੈਂ ਅਰਜ਼ ਕਰਿਆ। ਕਿਸੇ ਰੂਪ ਦੇ 'ਚ ਮਨ ਨਹੀਂ ਬੈਠਦਾ, ਸਿਰਫ ਵਕਤ ਹੀ ਹੈ, ਵਕਤ ਹੀ ਹੈ। ਮਨ ਦੀ ਉਹ ਲੋੜ ਨਹੀਂ ਹੈ। ਮਨ ਦੀ ਲੋੜ ਪ੍ਰਮਾਤਮਾ ਹੈ, ਮਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। ਮਨ ਦੀ ਲੋੜ ਰਾਮ ਹੈ, ਕਾਮ ਨਹੀਂ ਹੈ। ਮਨ ਦੀ ਲੋੜ ਪ੍ਰਮਾਤਮਾ ਹੈ, ਪਦਾਰਥ ਨਹੀਂ ਹੈ। ਮਨਨ ਦੀ ਲੋੜ ਪ੍ਰਭੂ ਹੈ, ਪ੍ਰਭਤਾ ਨਹੀਂ ਹੈ। ਜਦ ਕੋਈ ਪ੍ਰਭਤਾ ਨੂੰ, ਪਦਾਰਥ ਨੂੰ, ਕਾਮ ਨੂੰ ਆਪਣੇ ਮਨ ਦੀ ਲੋੜ ਬਣਾ ਲੈਂਦਾ ਹੈ, ਭਟਕਣਾ ਵੱਧ ਜਾਂਦੀ ਹੈ, ਵੱਧ ਜਾਂਦੀ ਹੈ, ਭਟਕਣਾ ਵੱਧ ਜਾਂਦੀ ਹੈ।
क्योंकि वो टिकदा नहीं, वो किधरे भी टिकदा नहीं। मन भटकदा है काल दे च, समय दे च, गुजरे हुए समय दियां यादां दे च भटकदा है। मन नूं भटकण वास्ते कोई अस्थान नहीं चाहिए, जगह नहीं चाहिए। जगह चाहिए तन नूं, दौड़न भजन वास्ते, काम करन वास्ते अस्थान चाहिए तन नूं, मन नूं नहीं चाहिए। मन ते 4 फुट की जगह च भी बंदा बैठा है, मन हज़ारां मील की वाट तय करेगा। वो समय च भटकदा है, वो वकत दे च भटकदा है। गुजरे हुए समय दियां यादां दे च भटकेगा। तुसीं आखोगे क्यों भटकदा है, यादां दे च क्यों भटकदा है? कुछ मिलिया सी, बड़ी खुशी मिली सी मिल के, कुछ मन भावंदा मिलिया सी, बड़ी खुशी मिली, फिर विछड़ गया, बड़ी चोट लगी, बड़ा दुख होया। यादां किस दी आउंदियां ने? दुख सुख दियां। जद मनुख कोई यादां दे च बैठा होवे, या सुखां नूं याद कर रहा होवेगा या दुखां नूं, और की याद करदा है, और की याद करदा है? बगौर मुताला कर लेना। आप सारे सियाणे बैठे हो। कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिल के बड़ी खुशी हुई सी, याद आउंदी है, फिर विछड़ गई। समय दे च जो कुछ भी मिलता है विछड़दा है, कुछ भी मिलता है। ये जीवन में मिले है बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना इस समय का सुभाव है, काल का सुभाव है। मिलिया सी, बड़ी खुशी मिली, याद आउंदी है, बिछड़ गया, बड़ी चोट लगी, बड़ा दुख होया, याद आउंदा है। यादां दुख सुख दियां आउंदियां ते यादां दा संबंध गुजरे हुए समय नाल हुंदा है। उंज समा इक्को ही है, कदी चक्कर च ना पैना कि समय दे कोई 3 रूप ने। मनुख करके समा दा ये विभाजन हो जाता है, वंड हो जाती है। भूत भविष्य वर्तमान असी कह देंगे हैं, माजी हाल मुस्तकबिल असी कह देंगे हैं। उंज समा एक है, परमात्मा की दुनिया समा एक है। मेरे करके कुछ जड़ा गुजरा होया समय है, वो मेरा भूतकाल है, आने वाला भविष्य है, जो सामने है वर्तमान है। ये मेरे करके, मैं नहीं हाँ तो समा तो इको ही है। उम्मीद है गल पकड़ते चाह गई। समय दे कोई 3 रूप नहीं, मनुख करके 3 रूप हो जाता है। मेरा कुछ गुजरिया होया समय, मेरा कुछ आने वाला समय, उन समा इको है। मन चला जाता है गुजरे हुए समय दियां यादां दे विच, ते यादां दे विच की आउंदा है? दुख ते सुख। कदी दुखां नूं याद करदा, कदी सुखां नूं। फिर मन चला जाता है आने वाले समय। क्यों? आने वाले समय की चिंता है। हुण जो कुछ मिलिया होया है किधरे चला ना जाए, चिंता है। पहले तो इस तरह होया, जो मिलिया बिछड़िया, जो मिलिया बिछड़िया। बचपना मिलिया चला गया, जवानी मिली चली गई। जीवन विच मनुख नूं बहुत कुछ मिलता है और जाता है, पता नहीं कितना कुछ मिले और कितने मिले बिछड़े। बाबा फरीद अपने आप को इंज समझाते हैं, फरीदा किथे तैडे मां पिया जे नहीं तू जणिया, कल ते तेरी मां है सी अज कोई नहीं। 5 साल ते पिता है सी अज कोई नहीं। 10 साल पहले मां है सी अज कोई नहीं। फरीदा किथे तेडे मां पिया जे नहीं तू जणिया, तैं पासों लद गए तू अजे ना पतीणिया। मन भटकदा है गुजरे हुए समय दियां यादां विच।
यादां दुख सुख दियां हुंदियां ने। कुछ मिलिया सी, मिल के खुशी हुई सी, याद आउंदी है। विछड़ गया, विछड़ के चोट लगी, याद आउंदी है। मन चला जांदा है चिंता दे, भविष्य दी चिंता, आने वाले समय दी चिंता। हुण जो मिलिया होया है किधरे विछड़ ना जाए, और हुण जो कुछ मैं चाहना किधरे ऐसा ना होवे कि ना मिले, ना मिले। चिंता। जो कुछ मिलिया होया है किधरे ऐसा ना होवे चला जाए, चिंता। जो कुछ मैं चाहना ऐसा ना होवे किधरे ना मिले, चिंता। मन या ते गुजरे हुए समय दियां यादां दे चाहुंदा है, दुख सुख दे चाहुंदा है, या मन आने वाले समय दी चिंता दे चाहुंदा है। हुण जो कुछ है, हुण ये जीवन है, किधरे चला ना जाए। कबीर समझाते ने, पाड़ोसी के जो हुआ तू अपने भी जान। किहड़े चक्रां च पिया तू? जो पड़ोसी दे घर होया तेरे नाल भी होना है। किहड़े चक्रां च पिया तू? तू कितना भी अपने आप को समझा ले, पड़ोसी नाल होया मेरे नाल नहीं होना, ओदी अर्थी उठी है मेरी नहीं उठेगी। ओ बुढ़ा होया है मैं नहीं आवांगा। कबीर कहते ने इस चक्कर च पै ही ना। पड़ोसी के जो हुआ तू अपने भी जान। कहते ने मन टिक गया, मन भगवान दे टिक गया, समा मिट गया, काल मिट गया। इसे नूं टिकाऊ कहते हैं। और मन किधरे भी नहीं टिकेगा, किधरे भी नहीं टिकेगा। ना परिवार दे टिकेगा, ना कारोबार दे टिकेगा, ना पदार्थां दे टिकेगा। कोई भी मनोरंजन होवे ओ उतने चिर तक ही मन का परचावा हो सकता है जितने चिर तक मन दी दुनिया च ओ पुराना नहीं होया। ते पुराने ते नवें दा फासला कितना है पता है? जो नहीं देखिया नवा है, वेखदे ही पुराना हो गया। जो नहीं हंडाया नवा है, हंडादे ही पुराना हो गया। जो नहीं सुनिया नवा है, सुनदे ही पुराना हो गया। नवें पुराने का कोई बहुत फासला नहीं है। ते मन नूं नित नवा चाहिए, पुराने नाल सहमत नहीं होता। चलो एक उदाहरण मैं दे दें। एक महान कवि होवे तो उसकी कविता बड़ी बुलंद पाया होवे, वो थानू एक दफा सुनावे, बड़ा रस आ गया। सारे कहते हैं बड़ा रस आया, बड़ा आनंद आया। कविता च बड़ी जान सी, कविता च बड़ी गल सी। सारियां नू रस विभोर देख के जो कवि कह देवे हुण मैं थानू दोबारा सुनाण लगा, क्योंकि थानू रस आ रहा है, इस वास्ते हुण मैं थानू दोबारा सुनाण लगा। यकीन जानो अद्धा रस खो गया, खो गया, अद्धा खो गया। पर वो कवि जरा ढीठ किस्म का होवे ते आखे हुण मैं थानू तिबारा सुनानी है, तीजी दफा। कई सोचणगे बंदा ठीक ठाक भी है कि नहीं। इंज कह लो 90% रस खो गया। ते जे ओ हुण आखे चूंकि तुसी बड़े टिकाव नाल पै सुनदे, हुण मैं थानू चौथी दफा सुनाना, रस बिल्कुल खो गया। ते जे किधरे उसने कह दिता हुण मैं थानू पंजवीं दफा सुनाना है, सारियां ने कहना दीवारां नूं सुना सी चले, पागल लगदा किधरे। हद हो गई, पहले महाकवि ते महाकवि तो हुण पागल। महाकवि सी, कविता नवीं प्रतीत हुई, 5 दफा सुनन नाल बिल्कुल पुरानी हो गई, बिल्कुल पुरानी, सब कुछ खो गया। संसार दे च ऐसा कुछ भी नहीं जो पुराना ना हो। किधरे भी मन नहीं टिकता, किधरे भी नहीं टिकता। जो नहीं मिलिया नवा है, मिलदे ही पुराना हो जाता है। जो नहीं वेखिया नवा है, वेखदे ही पुराना हो जाता है। जो नहीं सुनिया नवा है, सुनदियां ही पुराना हो गया। मन नूं नित नवा चाहिए। गुरु नानक देव जी महाराज कहते हैं एक है
ਕਦੀ ਪੁਰਾਣਾ ਨਹੀਂ ਆਉਂਦਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤ। ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਹੈ, ਦੂਜੇ ਸੈਕਿੰਡ ਦੇ 'ਚ ਉਹ ਰਸ ਹੋ ਰਿਹਾ, ਤੀਜੇ ਸੈਕਿੰਡ ਦੇ 'ਚ ਰਸ ਹੋ ਰਿਹਾ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ-ਬਾਰ ਸੁਣਨ ਨਾਲ ਰਸ ਹੋ ਜਾਏਗਾ, ਪਰ ਬਾਰ-ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ ਇਸ ਦਾ ਤੇ ਬੋਧ ਹੈ ਥੋੜਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ। 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ। ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ। ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ, ਸਾਰੇ ਸਮਝਦੇ ਸਨ। ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ ਹੈ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ। ਗੱਲ ਨਾਲ ਮੈਨੂੰ ਪਹਿਲੇ ਇਹ ਲਾਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ, ਮੈਂ ਕਿਹਾ ਹੱਦ ਹੋ ਗਈ। ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ। ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ 'ਚ ਗਾਣਾ ਆਉਂਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ ਹੈ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ 'ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਕਿ ਤੁਹਾਡਾ ਮਿੱਤਰ ਕਿੱਥੇ ਹੈ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ। ਉਹਨੇ ਆਪਣੇ ਮਕਾਨ ਦੀ 4ਥੀ ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ-ਬਾਰ ਸਵਾਸ ਲੈ ਰਹੇ ਹਾਂ, ਬਾਰ-ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ-ਬਾਰ ਪੀ ਜਾਓ, ਬਾਰ-ਬਾਰ ਸੌਣਾ ਹੈ, ਬਾਰ-ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕੀਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ। ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੋ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੋ ਜਾਵਾਂ। ਇਹ ਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਝ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਬਹੁਤ ਤਗੜਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਦੇ 'ਚ ਨਹੀਂ ਜੀਵਣਾ, ਇਸ ਪੁਨਰੁਕਤੀ ਦੇ 'ਚ ਨਹੀਂ ਜੀਵਣਾ। ਮੈਂ ਕਿਹਾ ਠੀਕ ਹੈ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ, ਉਦਾਸ ਹੋ ਜਾਂਦੇ ਨੇ। ਮੈਂ ਕਿਹਾ ਸ਼ਾਇਰਾਂ ਦਾ ਸੁਭਾਅ ਹੁੰਦਾ ਹੈ, ਕਵੀਆਂ ਦਾ ਸੁਭਾਅ ਹੁੰਦਾ ਹੈ। ਮੈਂ ਕਦੀ ਸੁਪਨੇ 'ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇਣੀ। ਕਦੀ ਇਸ ਤਰੀਕੇ ਨਾਲ ਆંકੜੇ ਇਕੱਠੇ ਕਰੋਗੇ, ਦੁਨੀਆ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲਾਸਫਰ, ਕਵੀ, ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ।
हैरानगी आती है। ऐसा क्यों? वो कहते हैं बार बार ओही कुछ मन इत्थे नहीं टिकता। रायपुर कवि दरबार सी ते मैं कहा चलो रोशन जी, कहने लगे हुण कवि दरबारां च भी जाण नूं मन नहीं करता। ओही संगत, ओही कवितावां, ओही माहौल, ओही लोकां दी वाह, ओही लोकां दा कहना रोशन जी कमाल कीता। कहंदा सुन सुन के तो मैं तंग आ गया। ओही कुछ नवीनता नहीं है। कुछ दिनों तो उदास मैं उसनों जरूर देखिया सी, पर यह मैं सोच ही नहीं सकता सी कि खुदकशी। हकीम मोमन खान मोमन बहादुर शाह दे दरबारी शायरां दे चों एक नामवर चोटी दा शायर। एक मरने पे ही हो जिसकी उम्मीद, ना उम्मीदी उसकी देखा चाहिए। कहता मेरी मायूसी देखो, आपां ते फैसला करी बैठे हैं खुदकशी करनी है। एक मरने पे ही हो जिसकी उम्मीद, ना उम्मीदी उसकी देखा चाहिए। पर बात दे संभालदा हकीम सी, सियाणा सी, बुजुर्ग सी। अब तो घबरा के ये कहते हैं कि मर जाएंगे, पर मर के भी चैन ना पाया तो किधर जाएंगे। कहंदा फिर किथे जावांगा। हकीम मोमन खान मोमन उस वक्त इस्लामी जगत दा चोटी दा कुरान शरीफ दा वक्ता, बड़ा बुलंद पाया शायर, और जिन्हों बहादुर शाह जफर वक्त दा ये बादशाह हिंदुस्तान दा उस्ताद जी करके बुलांदा सी, हजरत करके बुलांदा सी, झुक के सलाम करदा सी उसको, भाई बुजुर्ग है, सियाणा है, उस्ताद है। कहंदा अब तो घबरा के ये कहते हैं कि मर जाएंगे, मर के भी चैन न पाया तो किधर जाएंगे। कहंदा मन किधरे भी नहीं टिकदा। समा हो गया। स्वामी रामानंदा बोल कहंदे ने कत जाइए रे, मन किथे जाए, घर लागो रंग लग गया। मेरा चित ना चलत मन भयो पंग, मन पिंगला हो गया, मन दे पैर ही टुट गए, गल खत्म। भूतकाल दियां यादां खत्म, भविष्य दी चिंता खत्म, पैर ही टुट गए। मेरा चित ना चलत मन भयो पंग, एक दिवस मन भई उमंग, घस चंदा चंदन चोआ बहुत सुगंध, पूजन चाली ब्रह्म ठाए, सो ब्रह्म बतायो गुर मन ही माए। जिस ब्रह्म नूं लोकी तीर्थां ते लभदे न, मंदिरां च लभदे न, मंदिर मस्जिद गुरुद्वारियां च लभदे न, कहंदे ने मैं अपने अंदर लभ लिया। यही गुरु अमरदास जी कहंदे ने, इस मन को कोई खोजो भाई, मन खोजत नाम नौनिध पाई। नौनिध अमृत प्रभ का नाम, देही में इसका विश्राम। मंदिर गया होया उसे दा सफल, जिसने जीवन नूं हरि मंदिर बना लिया। मस्जिद विच गया होया उसे दा सफल, जिहदी जिंदगी ही खाना खुदा बन गई। और गुरुद्वारे गया होया उसे दा सफल, जिसने अपने आप नूं गुरु दा रूप बना लिया, ते गुरु मान नाल कह दे मेरा अपना ही रूप है। खालसा मेरो रूप है खास, खालसे मैं हूं करो निवास, कत जाइए रे घल रागो रंग। गालिब इसनों इंज बयान करता है, मेरे टूटे हुए पाए तलब का मुझ पे ऐसा है, तुम्हारे दर से अब उठकर कहीं जाया नहीं जाता। मोहब्बत असल में मखमूर वो राज़े हकीकत है, समझ में आ गया है फिर भी समझाया नहीं जाता। कहंदा टुटे पैरां दा बड़ा एहसान है, आपां टिक गए हैं, भटकना मिट गई। गल समझ च आ गई है, पर मैं हुण समझा नहीं सकता। दुनिया के सारे संत भगतां ने कह दिता है, अकथ है, जे हो जाना
जे मैं जान भी लिया आखा नाए कहना नहीं, क्यों कहना कथन ना जाए, कथनी च नहीं आउंदा। क्या हो कथी कथे कत देखा, मैं अकथ ना कथना जाए। जिन्हें इस अगम्मी दुनिया ਨੂੰ ਪ੍ਰਾਪਤ ਕੀਤਾ ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ, ਔਰ ਹੈ ਵੀ ਨਹੀਂ। ਪ੍ਰਤੱਖ ਸਬੂਤ ਸੀਮਤ ਦਾ ਹੁੰਦਾ, ਅਸੀਮ ਦਾ ਨਹੀਂ ਹੁੰਦਾ। ਜਿਨ੍ਹਾਂ ਨੇ ਉਸ ਅਗੰਮੀ ਦੁਨੀਆ ਦੀ ਝਲਕ ਦਾ ਆਨੰਦ ਮਾਣਿਆ ਉਹ ਕੋਈ ਪ੍ਰਤੱਖ ਸਬੂਤ ਦੇ ਨਾ ਸਕੇ, ਤੇ ਜਿਨ੍ਹਾਂ ਨੂੰ ਇਸ ਅਗੰਮੀ ਦੁਨੀਆ ਦੀ ਝਲਕ ਨਾ ਮਿਲੀ ਉਹ ਬੜੇ ਪ੍ਰਬਲ ਝੂਠੇ ਸਬੂਤ ਇਕੱਠੇ ਕਰਕੇ ਧੂਆਂਧਾਰ ਤਕਰੀਰਾਂ ਦੇ ਰਾਹੀਂ ਨਾਸਤਿਕਤਾ ਨੂੰ ਜਨਮ ਦੇ ਗਏ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਕਾਰਲ ਮਾਰਕਸ ਦੇ ਵਿਚਾਰਾਂ ਤੋਂ ਵਕਤੀ ਤੌਰ ਤੇ ਅੱਧੀ ਦੁਨੀਆ ਪ੍ਰਭਾਵਿਤ ਹੋ ਗਈ ਸੀ। ਚਾਈਨਾ, ਟੈਨਜ਼ਾਨੀਆ, ਕੋਰੀਆ, ਲਾਓਸ, ਕੰਬੋਡੀਆ, ਚੈਕੋਸਲੋਵਾਕੀਆ, ਬਲਗਾਰੀਆ, पोलैंड, अद्धा जर्मनी, पूरा रशिया, ये सारा उस तो प्रभावित हो गया सी। इतनी दुनिया किसी वड्डे तो वड्डे पैगंबर तो भी प्रभावित नहीं हुई, क्योंकि पैगंबरां दी गल अंतर्मुखी है, ओदी गल सिर्फ बाहरमुखी सी, बाहरमुखी सी। और जद कदी कोई मनुख पूर्ण तौर ते अंतर्मुखी हो जाता है ਉਹੀ भगत है। तो भगती की जो रूप रेखा धन गुरु ग्रंथ साहब जी महाराज की बाणी छेतर दी मैं फिर कल थोड़े सामने रखने की कोशिश करांगा। समा हो गया। साहिब रहमत करन, बख्शिश करन, सानू उस अगम्य अवस्था की झलक देन जिस झलक का धन गुरु नानक देव जी महाराज की बाणी जिक्र कर दी है। हुण आप गुरबाणी का एक शब्द कीर्तन के राही सरवण करो। आनंद साहब का पाठ, भुल चुक दी क्षमा। वाहिगुरू जी का खालसा, वाहिगुरू जी।